ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਤੇ अस्सलाम वालेकुम। 29 ਦਸੰਬਰ ਪਾਕਿਸਤਾਨ ਦੇ ਵਿੱਚ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਆਸਿਮ ਮੁਨੀਰਜ਼ ਡਿਫੈਕਟੋ ਮਿਲਟਰੀ ਰਾਜ ਡੇ 30th। ਚੇਤੇ ਕਰਾਈਏ ਕਿ ਜੇ ਹਾਲੇ ਤੱਕ ਇਸ ਵੀਲੌਗ ਨੂੰ ਸਬਸਕ੍ਰਾਈਬ ਨਹੀਂ ਕੀਤਾ, ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਤਾਂ ਕਿ ਸਾਡੀ ਆਵਾਜ਼ ਨੂੰ ਤਗੜੇ ਕਰ ਸਕੋ। ਹੁਣ ਚੱਲਨੇ ਜ਼ਰਾ ਅੱਜ ਦੀਆਂ ਗੂੜੀਆਂ ਖਬਰਾਂ ਵਾਲੇ ਪਾਸੇ। ਜਿਹੜੀ ਪਹਿਲੀ ਖਬਰ ਹੈ ਬੜੀ ਹੀ ਅਫਸੋਸਨਾਕ, ਲਾਹੌਰ ਤੋਂ ਤੁਹਾਡੇ ਸਾਹਮਣੇ ਰੱਖਣੀ ਹੈ। ਰੋਜ਼ ਇਹੋ ਜਿਹੀਆਂ ਖਬਰਾਂ ਆਉਂਦੀਆਂ ਨੇ, ਦਿਲ ਟੁੱਟਦਾ, ਫਿਰ ਤੁਹਾਨੂੰ ਦੱਸਣੀ ਵੀ ਜ਼ਰੂਰੀ ਹੁੰਦੀ ਹੈ। ਪੈਰਾ ਫੋਰਸ ਵਾਲਿਆਂ ਦੇ ਡਰ ਤੋਂ। ਪੈਰਾ ਫੋਰਸ ਅੱਜ ਕੱਲ੍ਹ ਲੋਕਾਂ ਨੂੰ ਫੜ ਰਹੀ ਹੈ। ਜਿਹਨੂੰ ਦਿਲ ਕਰਦਾ ਉਹਦੇ ਪਿੱਛੇ ਪੈ ਜਾਂਦੇ ਨੇ, ਰੇੜੀਆਂ ਉਲਟਾਉਂਦੇ ਨੇ, ਰੇੜੀਆਂ ਚੁੱਕ ਕੇ ਲੈ ਜਾਂਦੇ ਨੇ। ਕੋਈ ਬੰਦਾ ਫੇਰੀ ਲਾਉਣ ਡਿਆ ਅਗਰ ਖਲੋਤਾ ਤੇ ਉਹਦੇ ਕੋਲੋਂ ਵੀ ਸ਼ੈਵਾਂ ਫੜ ਕੇ ਜਿਹੜਾ ਭੱਜ ਜਾਂਦੇ ਨੇ। ਪੈਰਾ ਫੋਰਸ ਵਾਲੇ ਪਏ ਰੇੜੀ ਦੇ ਉੱਤੇ, ਜਿਹੜਾ ਜ਼ਾਹਿਰ ਹੈ ਉਹਨਾਂ ਨੂੰ ਫੜ ਕੇ ਉਹਨਾਂ ਦੇ ਉੱਤੇ ਪਰਚੇ ਦਿੰਦੇ ਨੇ, FIRਾਂ ਦਿੰਦੇ ਨੇ। ਲੋਕੀ ਡਰੇ ਨੇ ਜਿਹੜੇ ਮਜ਼ਦੂਰ ਨੇ ਵਿਚਾਰੇ, ਔਰ ਮਜ਼ਦੂਰੀ ਕਰਨ ਤੋਂ ਰੁਕ ਵੀ ਨਹੀਂ ਸਕਦੇ। ਜਾਣ ਤੇ ਕਿੱਥੇ ਜਾਣ, ਖਾਣਾ ਵੀ ਹੈ। ਪੈਰਾ ਫੋਰਸ ਵਾਲੇ ਪਏ, ਜਿਹੜਾ ਰੇੜੀ ਤੇ ਜ਼ਾਹਿਰ ਹੈ ਮਜ਼ਦੂਰੀ ਕਰ ਰਿਹਾ ਸੀ ਬੰਦਾ, ਉਹ ਡਰਿਆ, ਡਰ ਕੇ ਭੱਜਿਆ, ਇਹ ਮਗਰ ਭੱਜੇ ਔਰ ਉਹਨੂੰ ਹਾਰਟ ਅਟੈਕ ਹੋ ਗਿਆ ਔਰ ਵਫਾਤ ਪਾ ਗਿਆ। ਹੁਣ ਉਹਦੀ ਮਾਂ, ਉਹਦੇ ਘਰ ਵਾਲੇ ਜਨਾਜ਼ਾ ਸੜਕ ਤੇ ਰੱਖ ਕੇ ਵਿਚਾਰੇ ਵੈਨ ਕਰ ਰਹੇ ਨੇ ਔਰ ਪੁੱਛ ਰਹੇ ਨੇ ਵੀ ਕਿਹਦੇ ਕੋਲੋਂ ਇਨਸਾਫ ਮੰਗੀਏ, ਜਾਈਏ ਤੇ ਕਿੱਥੇ ਜਾਈਏ। ਤੁਹਾਡੇ ਸਾਹਮਣੇ ਇਸ ਵੇਲੇ ਕਿ ਮੁਲਕ ਤੋਂ ਬਾਹਰ ਇਹ ਜਾਣ ਨਹੀਂ ਦਿੰਦੇ। ਜਿਹੜਾ ਜਾਂਦਾ ਉਹਨੂੰ ਆਫਲੋਡ ਕਰੀ ਆਉਂਦੇ ਨੇ, ਔਰ ਜਿਹੜਾ ਮੁਲਕ ਦੇ ਅੰਦਰ ਕੋਈ ਮਿਹਨਤ ਮਜ਼ਦੂਰੀ ਕਰਦਾ ਉਹਦੇ ਨਾਲ ਕੀ ਕਰ ਰਹੇ ਨੇ ਉਹ ਤੁਹਾਡੇ ਸਾਹਮਣੇ। ਅਫਸੋਸਨਾਕ ਹੈ। ਮੈਂ ਹੀ ਕਹਾਂਗਾ ਕਿ ਇਸ ਪਹਿਲੂ ਦੇ ਉੱਤੇ ਨਾ ਅਦਾਲਤਾਂ ਕੋਈ ਐਕਸ਼ਨ ਲੈ ਰਹੀਆਂ ਨੇ। ਇੱਕ ਪਾਸੇ CCD ਲੋਕਾਂ ਨੂੰ ਮਾਰੀ ਜਾਂਦੀ ਹੈ, ਕਤਲ ਕਰੀ ਜਾਂਦੀ ਹੈ, ਔਰ ਦੂਜੇ ਪਾਸੇ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਹੈ। ਤੁਹਾਡੇ ਸਾਹਮਣੇ ਸਾਹੀਵਾਲ ਦੇ ਜਿਹੜੇ ਇੱਕ ਹੀ ਘਰ ਦੇ 5 ਜੀ ਜਿਹੜੇ ਨੇ, ਜ਼ੁਬੈਦਾ ਬੀਬੀ ਗਾਲਬਨ ਉਹਨਾਂ ਦਾ ਨਾਂ ਹੈ, ਉਹਨਾਂ ਨੂੰ ਇਹਨਾਂ ਨੇ ਜਿਸ ਤਰੀਕੇ ਨਾਲ ਕਤਲ ਕੀਤਾ CCD ਵਾਲਿਆਂ ਨੇ, ਉਹ ਹੁਣ ਜਿਹੜੀਆਂ ਉਹਦੀ ਇਨਫੋਰਮੇਸ਼ਨ ਆ ਰਹੀ ਹੈ ਉਹ ਹੋਸ਼ ਰਬਾਨ ਹੈ। ਵਹੀਦ ਮੁਰਾਦ ਸਾਹਿਬ ਦਾ ਇੱਕ ਟਵੀਟ ਹੈ ਜਿਹੜਾ ਦੱਸ ਰਹੇ ਨੇ, ਸਹਾਫੀ ਨੇ ਵਹੀਦ ਮੁਰਾਦ ਸਾਹਿਬ, ਉਹ ਦੱਸ ਰਹੇ ਨੇ ਕਿ ਇਹਨਾਂ ਨੇ ਕਿਸ ਤਰੀਕੇ ਨਾਲ ਉਹਨਾਂ ਨੂੰ ਚੁੱਕਿਆ, ਉਹਨਾਂ ਦੇ ਉੱਤੇ FIR ਦਿੱਤੀ, ਉਹਨਾਂ ਨੂੰ ਗਾਇਬ ਕਰ ਛੱਡਿਆ। ਉਹਨਾਂ ਦੇ ਘਰ ਵਾਲੇ ਲੱਭਦੇ ਰਹੇ, ਨਾ ਦਿੱਤੇ। ਉਸ ਤੋਂ ਬਾਅਦ ਜਿਸ ਵੇਲੇ ਹਾਈ ਕੋਰਟ ਗਏ, ਰਿਟ ਪਟੀਸ਼ਨ ਕੀਤੀ ਤੇ ਫਿਰ 5 ਮੁਖਤਲਿਫ ਜ਼ਿਲ੍ਹਿਆਂ ਦੇ ਵਿੱਚ ਉਹ ਜਿਹੜੀਆਂ 5 ਲਾਸ਼ਾਂ ਸਨ ਉਹਨਾਂ ਨੂੰ ਨਾਮਾਲੂਮ ਕਰਕੇ ਦਫਨ ਕੀਤਾ ਸੀ। ਹੁਣ ਗੌਰ ਕਰੋ ਕਿ ਆਪੇ ਹੀ ਇਹ ਆਂਦੇ ਨੇ ਵੀ ਅਸੀਂ ਇਹ ਬੰਦੇ ਚੁੱਕੇ ਤੇ ਇਹ ਬੰਦੇ ਜਿਹੜੇ ਨੇ ਇਹਨਾਂ ਦੇ ਨਾਲ ਪੁਲਿਸ ਮੁਕਾਬਲਾ ਹੋ ਗਿਆ, ਜਾਲੀ ਪੁਲਿਸ ਮੁਕਾਬਲਾ ਬਣਾਇਆ। ਕਿਸੇ ਨੇ ਹਮਲਾ ਕੀਤਾ ਤੇ ਉਹ ਜਿਨ੍ਹਾਂ ਨੇ ਹਮਲਾ ਕੀਤਾ ਉਹ ਇਹਨਾਂ ਨੂੰ ਮਾਰ ਕੇ ਚਲੇ ਗਏ। ਪੁਲਿਸ ਵਾਲੇ ਕਿਸੇ ਨੂੰ ਖਰਾਸ਼ ਨਾ ਆਈ ਔਰ ਇਹ ਬੰਦੇ ਫਾਰਿਗ ਹੋ ਗਏ। ਹੁਣ ਇਹ ਨਹੀਂ ਪਤਾ ਲੱਗਣ ਡਿਆ ਕਿ ਇਹਨਾਂ ਬੰਦਿਆਂ ਦਾ ਜੁਰਮ ਕੀ ਹੈ, ਕਿਉਂਕਿ ਇਹਨਾਂ ਦੇ ਉੱਤੇ ਨਾ ਕੋਈ FIR ਸਾਹਮਣੇ ਆਈ ਹੈ, ਨਾ ਕੋਈ ਇਲਜ਼ਾਮ ਸਾਹਮਣੇ ਆਇਆ, ਕੋਈ ਕਿਸੇ ਕਿਸਮ ਦਾ ਇਲਜ਼ਾਮ, ਕੋਈ ਚੋਰੀ, ਡਕੈਤੀ, ਜਿਨਸੀ ਹਰਾਸਗੀ, ਕੋਈ ਕਤਲ, ਕੋਈ ਇਲਜ਼ਾਮ ਇਹਨਾਂ 'ਤੇ ਅਜੇ ਤੱਕ ਸਾਹਮਣੇ ਨਹੀਂ ਆਇਆ। ਕੋਈ ਪਰਚਾ ਨਹੀਂ, ਕੋਈ ਇਲਜ਼ਾਮ ਨਹੀਂ, ਕੋਈ ਮੁਖਾਲਫ ਪਾਰਟੀ ਨਹੀਂ, ਕੋਈ ਪਤਾ ਨਹੀਂ ਚੱਲ ਰਿਹਾ ਕਿ ਇਹਨਾਂ ਨੇ ਕਤਲ ਕਿਉਂ ਕੀਤਾ ਹੈ 5 ਲੋਕਾਂ ਨੂੰ। ਅੱਛਾ, ਇੰਟਰਸਟਿੰਗ ਜਿਹੜਾ ਇਹਦੇ 'ਚ ਸਭ ਤੋਂ ਫੈਕਟ ਹੈ ਉਹ ਇਹ ਹੈ ਕਿ ਜਿਸ ਵੇਲੇ ਇਹਨਾਂ ਨੇ ਖੁਦ ਬੰਦੇ ਚੁੱਕੇ, ਇਹਨਾਂ ਨੇ ਉਹਨਾਂ ਦਾ ਜਾਲੀ ਪੁਲਿਸ ਮੁਕਾਬਲਾ ਕੀਤਾ, FIR 'ਚ ਉਹਨਾਂ ਦੇ ਨਾਂ ਤੱਕ ਇਹਨਾਂ ਨੇ ਖੁਦ ਲਿਖੇ, ਤੇ ਫਿਰ ਦਫਨ ਨਾਮਾਲੂਮ ਕਿਸ ਤਰ੍ਹਾਂ ਕਰ ਦਿੱਤੇ। ਅਗਰ ਤੁਹਾਨੂੰ ਪਤਾ ਹੈ ਕਿ ਇਹ 5 ਬੰਦੇ ਨੇ, ਇਹਨਾਂ ਦੇ ਇਹ ਨਾਂ ਨੇ, ਆਹ ਐਡਰੈਸ ਹੈ, ਇਹ ਇਹਨਾਂ ਦੀ ਵਲਦੀਅਤ ਹੈ, ਔਰ FIR 'ਚ ਤੁਸੀਂ ਸਭ ਕੁਝ ਲਿਖਿਆ, ਉਸ ਤੋਂ ਬਾਅਦ ਪੁਲਿਸ ਮੁਕਾਬਲਾ ਹੋ ਜਾਂਦਾ, ਉਹ ਬੰਦੇ ਮਾਰੇ ਜਾਂਦੇ ਨੇ, ਤੇ ਉਹਨਾਂ ਦੀਆਂ ਲਾਸ਼ਾਂ ਨੂੰ ਤੁਸੀਂ ਨਾਮਾਲੂਮ ਕਰਕੇ ਕਿਵੇਂ ਦਫਨ ਕਰ ਸਕਦੇ ਹੋ। 5 ਜ਼ਿਲ੍ਹਿਆਂ ਦੇ ਵਿੱਚ ਨਾਮਾਲੂਮ ਦੇ ਤੌਰ ਤੇ ਡਿਕਲੇਅਰ ਕਰਕੇ ਉਹ ਲਾਸ਼ਾਂ ਜਿਹੜੀਆਂ ਨੇ ਉਹ ਦਫਨ ਕੀਤੀਆਂ ਨੇ। ਇਹ ਅੱਜ ਦੀ ਪੁਲਿਸ ਜਿਹੜੀ ਹੈ, ਇਹ ਉਸਮਾਨ ਅਨਵਰ ਦੇ ਥੱਲੇ ਇਹ ਸਾਰਾ ਕੁਝ ਇਹ ਹੀ ਕਰ ਰਹੀ ਹੈ। ਹਾਲ ਹੀ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ ਇੱਕ DSP ਨੇ ਆਪਣੀ ਬੀਵੀ ਤੇ ਆਪਣੀ ਬੇਟੀ ਨੂੰ ਕਤਲ ਕਰ ਦਿੱਤਾ ਸੀ। ਉਹ ਜ਼ਾਹਿਰ ਹੈ DSP ਨੇ ਜਿਸ ਵੇਲੇ ਬੇਟੀ ਨੂੰ ਕਤਲ ਕੀਤਾ ਤੇ ਅਮੂਮੀ ਤੌਰ ਤੇ ਜਦੋਂ ਲਾਸ਼ਾਂ ਜਿਹਨਾਂ ਦਾ ਕੋਈ ਵਾਰਸ ਨਾ ਮਿਲੇ ਉਹ ਮਿਲਦੀਆਂ ਨੇ ਤੇ ਉਹਨਾਂ ਦਾ ਪ੍ਰੋਪਰ ਪੋਸਟਮਾਰਟਮ ਸਾਰਾ ਕੁਝ ਪੁਲਿਸ ਕਰਦੀ ਹੈ। ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਉਹਨੂੰ ਇੱਕ ਨਾਰਮਲ ਮਤਲਬ ਨਾਮਾਲੂਮ ਲਾਸ਼ ਦੇ ਤੌਰ ਦੇ ਉੱਤੇ ਜਾਂ ਉਹਨੂੰ ਇੱਕ ਐਸੇ ਤਰੀਕੇ ਦੇ ਦਫਨ ਨਹੀਂ ਕੀਤਾ ਕਿ ਇਹ ਆਖਿਆ ਹੋਏ ਕਿ ਪਤਾ ਨਹੀਂ ਕਿੰਨੇ ਮਾਰ ਦਿੱਤਾ, ਪੋਸਟਮਾਰਟਮ ਵੀ ਨਹੀਂ ਕਰਵਾਇਆ। ਇਹਨਾਂ ਨੇ ਜੈਸੇ ਆਪਣਾ ਰਜ਼ਾਏ ਇਲਾਹੀ ਨਾਲ ਲੋਕ ਫੌਤ ਹੋ ਜਾਂਦੇ ਨੇ, ਆਮ ਤਬਈ ਮੌਤ ਹੋ ਜਾਂਦੀ ਹੈ, ਉਹਦੀ ਰਪਟ ਲਿਖ ਕੇ ਤੇ ਉਸੇ ਤਰੀਕੇ ਨਾਲ ਉਹ ਦੋਵੇਂ ਲਾਸ਼ਾਂ ਦਫਨਾ ਦਿੱਤੀਆਂ। ਜਿਸ ਵੇਲੇ ਬਾਅਦ ਦੇ ਵਿੱਚ DSP ਦੀ ਤਫਤੀਸ਼ ਹੋਈ ਤੇ ਉਹਨੇ ਆਖਿਆ ਵੀ ਮੈਂ ਫਲਾਣੇ ਥਾਂ ਇੱਕ ਲਾਸ਼ ਸੁੱਟੀ ਤੇ ਇੱਕ ਫਲਾਣੇ ਥਾਂ, ਤੇ ਫਿਰ ਪਤਾ ਲੱਗਾ ਵੀ ਉਹ ਜਿਹੜੀਆਂ ਲਾਸ਼ਾਂ ਇਹਨਾਂ ਨੇ ਦਫਨ ਕੀਤੀਆਂ ਸਨ ਐਵੇਂ ਹੀ ਤਬਈ ਮੌਤ ਡਿਕਲੇਅਰ ਕਰਕੇ, ਜਿਹੜੀਆਂ ਅਸਲ 'ਚ ਕਤਲ ਹੋਈਆਂ ਸਨ ਉਹ ਤਬਈ ਮੌਤ ਨਹੀਂ ਸੀ, ਕਤਲ ਸੀ। ਹਾਲਾਂਕਿ ਪੁਲਿਸ ਦੇ ਰੂਲਸ ਦੇ ਮੁਤਾਬਕ ਇਹ ਇਸ ਤਰੀਕੇ ਨਾਲ ਇੱਕ ਬੰਦਾ ਜਿਹਦਾ ਕਤਲ ਹੋਇਆ ਹੋਵੇ ਉਹਨੂੰ ਤਬਈ ਮੌਤ ਦੇ ਤੌਰ ਦੇ ਉੱਤੇ ਇਹ ਦਫਨ ਨਹੀਂ ਕਰ ਸਕਦੇ ਉਹਦੀ ਲਾਸ਼ ਨੂੰ। ਇਹ ਤੇ ਇਸ ਵੇਲੇ ਪੰਜਾਬ ਇੱਕ, ਮੈਂ ਆਖਾਂਗਾ ਮਾਂ ਨਹੀਂ ਡੈਣ ਹੈ, ਮਾਜ਼ਰਤ ਇਹਨਾਂ ਲਫ਼ਜ਼ਾਂ ਦੇ ਉੱਤੇ, ਇਹ ਮਾਂ ਨਹੀਂ ਇਹ ਡੈਣ ਹੈ। ਇਹ ਪੰਜਾਬ ਇਸ ਵੇਲੇ ਡੈਣ ਦੇ ਕਾਬੂ ਹੈ ਔਰ ਇਹ ਉੱਤੋਂ ਇਹਨੂੰ ਉਰਦੂ 'ਚ ਜ਼ਾਹਿਰ ਹੈ ਡਾਇਨ ਆਖ ਦਿੰਦੇ ਨੇ, ਲੇਕਿਨ ਪੰਜਾਬੀ 'ਚ ਤਾਂ ਡੈਣ ਹੀ ਆਖੀਦਾ। ਤੇ ਇਹ ਮਾਂ ਦੀ ਜਗ੍ਹਾ 'ਤੇ ਭੈਣ ਸਾਡੀ ਜਿਹੜੀ ਹੈ ਡੈਣ ਬਣ ਗਈ ਹੈ ਪੰਜਾਬ ਪੂਰੇ ਆਸਤੇ। ਤੇ ਉਹ ਰੇੜੀ ਵਾਲਾ ਜਿਹੜਾ ਉਹਦੇ ਹੁਣ ਘਰ ਵਾਲਿਆਂ ਨੂੰ ਕੋਈ ਪਤਾ ਨਹੀਂ ਵੀ ਕਿਹਦੇ ਕੋਲੋਂ ਇਨਸਾਫ ਲੈਣ, ਕਿਉਂਕਿ ਪੈਰਾ ਫੋਰਸ ਨੇ ਉਹਨੂੰ ਇੰਜ ਟਰੀਟ ਕਰਨਾ ਹੈ ਕਿ ਜਿਵੇਂ ਉਸ ਤੋਂ ਵੱਡਾ ਮੁਜਰਮ
ਔਰ ਜ਼ਾਲਮ ਤੇ ਪਾਕਿਸਤਾਨ ਦੇ ਵਿੱਚ ਕੋਈ ਹੈ ਨਹੀਂ। ਤੇ ਇਹ ਜ਼ੁਬੈਦਾ ਬੀਬੀ ਹੁਣ ਪਤਾ ਨਹੀਂ ਕਿਹਦੇ ਹੱਥਾਂ ਤੇ ਆਪਣੇ ਇੱਕ ਉਹਦਾ ਭਰਾ, ਇੱਕ ਦਮਾਦ ਉਹਨਾਂ ਦਾ, ਔਰ 3 ਉਹਨਾਂ ਦੇ ਪੁੱਤਰ, ਉਹਨਾਂ ਨੂੰ ਕਤਲ ਕੀਤਾ ਇਹਨਾਂ ਨੇ, ਨਾਮਾਲੂਮ ਕਰਕੇ ਦਫਨ ਕਰ ਦਿੱਤਾ। ਔਰ ਲਾਸ਼ਾਂ ਉਦੋਂ ਸਾਹਮਣੇ ਆਈਆਂ ਨੇ ਜਿਸ ਵੇਲੇ ਹਾਈ ਕੋਰਟ ਨੇ ਕਿਹਾ ਵੀ ਨਹੀਂ ਲਾਸ਼ਾਂ ਦਿਓ ਇਹਨਾਂ ਨੂੰ, ਲੇਕਿਨ ਹਜੇ ਤੱਕ ਕੋਈ ਕਾਰਵਾਈ ਨਹੀਂ। ਜਸਟਿਸ ਆਲੀਆ ਨੀਲਮ ਵੀ ਸੁੱਤੇ ਨੇ ਬਿਲਕੁਲ, ਕੋਈ ਉਹਨਾਂ ਦੇ ਕੰਨ ਤੇ ਜੂੰ ਨਹੀਂ ਰੇਂਗ ਰਹੀ। ਮੈਂ ਆਨਾ ਵੀ ਏਡੀ ਅਨਐਥੀਕਲ, ਇਮੋਰਲ ਹਾਲਾਤ ਜਿਹੜੇ ਨੇ ਪੁਲਿਸਿੰਗ ਦੇ, ਔਰ ਐਡਾ ਸੁੱਤਾ ਹੋਇਆ ਜ਼ਮੀਰ ਅਸੀਂ ਕਦੀ ਪਹਿਲੇ ਅਦਲੀਆ ਦਾ ਨਹੀਂ ਵੇਖਿਆ ਜੋ ਕੁਝ ਇਸ ਵੇਲੇ ਹੋ ਰਿਹਾ। ਪਤਾ ਨਹੀਂ ਇਹਨਾਂ ਨੇ ਮਰਨਾ ਨਹੀਂ, ਜਾਂ ਇਹਨਾਂ ਨੇ ਰੱਬ ਨੂੰ ਜਾ ਕੇ ਜਵਾਬ ਨਹੀਂ ਦੇਣਾ, ਜਾਂ ਇਹਨਾਂ ਨੂੰ ਸਾਰਿਆਂ ਨੂੰ ਹੋਇਆ ਕੀ ਹੈ। ਅਗਲੀ ਖਬਰ ਹੈ ਜੀ ਕਿ ਚੇਅਰਮੈਨ ਪਾਕਿਸਤਾਨ ਉਲਮਾ ਕੌਂਸਲ ਮੌਲਾਨਾ ਤਾਹਿਰ ਅਸ਼ਰਫੀ ਸਾਹਿਬ ਨੇ ਕਿਹਾ ਕਿ ਮੁੱਲਾ ਮਿਲਟਰੀ ਅਲਾਇੰਸ ਜਿਹੜਾ ਉਹ ਇੱਕ ਫਿਤਰੀ ਤੌਰ ਤੇ ਫਿਤਰੀ ਅਮਲ ਹੈ, ਇਹ ਹੋਣਾ ਹੀ ਹੋਣਾ ਹੁੰਦਾ ਹੈ, ਇਸ ਤੋਂ ਬਗੈਰ ਕੰਮ ਚੱਲ ਨਹੀਂ ਸਕਦਾ। ਚਲੋ ਜੀ ਠੀਕ ਹੈ, ਅੱਗੋਂ ਸੁਣ ਲਓ ਜੀ ਇੱਕ ਹੋਰ ਮੁੱਲਾ ਸਾਹਿਬ ਦਾ ਤੁਹਾਡੇ ਉੱਤੇ ਬਿਆਨ ਜਿਹੜਾ ਗ੍ਰੈਂਡ ਮੁਫਤੀ ਲੀਬੀਆ ਸ਼ੇਖ ਸਾਦਿਕ ਉਲ ਗਰਿਆਨੀ, ਉਹ ਇਹ ਕਹਿ ਰਹੇ ਨੇ, ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੇ ਬੜਾ ਹੀ ਅਨਐਥੀਕਲ ਤੇ ਬੜਾ ਹੀ ਉਹਨਾਂ ਨੇ ਇੱਕ ਗੁਨਾਹ ਕੀਤਾ ਬੜਾ ਵੱਡਾ, ਜਿਹੜਾ ਉਹ ਹਥਿਆਰ ਹਫਤਰ ਨੂੰ ਵੇਚ ਰਹੇ ਨੇ। ਇਹ ਗ੍ਰੈਂਡ ਮੁਫਤੀ ਨੇ, ਜਿਹੜਾ ਯੂਨਿਟੀ ਗਵਰਨਮੈਂਟ ਹੈ ਉਹਨਾਂ ਦੇ ਗ੍ਰੈਂਡ ਮੁਫਤੀ ਨੇ। ਤੁਹਾਨੂੰ ਪਤਾ ਹੀ ਹੈ ਕਿ ਲੀਬੀਆ ਦੇ ਵਿੱਚ 2 ਗਰੁੱਪ ਆਪਸ 'ਚ ਲੜ ਰਹੇ ਨੇ, ਤੇ ਉਹਨਾਂ ਨੇ ਮੁਫਤੀ ਸਾਹਿਬ ਨੇ ਕਿਹਾ ਕਿ ਜਦੋਂ ਪਾਕਿਸਤਾਨ ਨੂੰ ਪਤਾ ਹੈ ਕਿ ਮੁਸਲਮਾਨਾਂ ਦੇ ਹੀ 2 ਗਰੁੱਪ ਆਪਸ 'ਚ ਲੜ ਰਹੇ ਨੇ ਉੱਥੇ, ਤੇ ਇਹ ਇੱਕ ਨੂੰ ਜਿਹੜਾ ਹਥਿਆਰ ਸਪਲਾਈ ਕਰਨਗੇ, ਵੇਚਣਗੇ, ਉਹ ਦੂਜੇ ਮੁਸਲਮਾਨਾਂ ਨੂੰ ਕਤਲ ਕਰਨ ਵਾਸਤੇ ਇਸਤੇਮਾਲ ਹੋਏਗਾ। ਤੇ ਇਹ ਕਿਉਂ ਇਹਦੇ ਵਿੱਚ ਹਿੱਸਾ ਪਾ ਰਹੇ ਨੇ, ਇਹ ਪਾਕਿਸਤਾਨ ਕਿਉਂ ਇਹ ਭੈੜਾ ਕੰਮ ਕਰ ਰਿਹਾ, ਕਿਉਂ ਸਾਡੇ ਨਾਲ ਦੁਸ਼ਮਣੀ ਕਰ ਰਿਹਾ, ਇਹ ਜ਼ਰਾ ਹੁਣ ਸਾਡੀ ਅਕਲ ਵੇਖੋ, ਸਾਡੇ ਚੀਫ ਸਾਹਿਬ ਦੀ ਅਕਲ ਵੇਖੋ, ਸਾਡੇ ਦੂਜੇ ਬੰਦਿਆਂ ਦੀ ਅਕਲ ਵੇਖੋ ਕਿ ਅਸੀਂ ਇਹ 'ਤੇ ਬੜਾ ਫਖਰ ਮਹਿਸੂਸ ਕਰ ਰਹੇ ਹਾਂ ਸਾਰਾ ਕੰਮ ਕਰਕੇ। ਹਾਂ ਠੀਕ ਹੈ, ਸਾਨੂੰ 4-5 ਅਰਬ ਡਾਲਰ ਤੇ ਲੱਭ ਜਾਣਗੇ, ਲੇਕਿਨ ਲੀਬੀਆ 'ਚ ਜੋ ਅਸੀਂ ਕਰ ਰਹੇ ਉੱਥੇ 2 ਧੜੇ ਨੇ। ਕੁਝ ਮੁਲਕ ਜਿਹੜੇ ਤਾਕਤਵਰ ਨੇ ਉਹ ਇੱਕ ਧੜੇ ਦੇ ਨਾਲ ਨੇ, ਦੂਜੇ ਦੂਸਰੇ ਦੇ ਨਾਲ ਨੇ। ਹੁਣ ਅਗਰ ਅਸੀਂ ਇੱਕ ਧੜੇ 'ਚ ਜਾ ਬੈਠੇ ਤਾਂ ਦੂਸਰਾ ਧੜਾ ਆਟੋਮੈਟਿਕਲੀ ਸਾਡਾ ਦੁਸ਼ਮਣ ਬਣ ਜਾਏਗਾ, ਵੈਰੀ ਬਣ ਜਾਏਗਾ, ਕਿਉਂਕਿ ਸਾਡੇ ਹਥਿਆਰਾਂ ਨਾਲ ਉੱਥੇ ਕਤਲੋ ਗਾਰਤ ਹੋਏਗੀ। ਬਹਰਹਾਲ ਅਕਲ ਨਾ ਹੋਵੇ ਤੇ ਮੌਜਾਂ ਹੀ ਮੌਜਾਂ, ਜੋ ਕੁਝ ਅਸੀਂ ਪਹਿਲਾਂ ਕਿਹੜਾ ਕੁਝ ਸੋਚ ਕੇ ਜਾਂ ਅਕਲ ਜਾਂ ਮਤ ਨਾ ਕੀਤਾ ਜਿਹੜਾ ਗਾਂ ਕਰਨਾ ਹੈ। ਅਗਲੀ ਖਬਰ ਲੈ ਲਓ ਜੀ, ਵਫਾਕੀ ਵਜ਼ੀਰ ਰਾਣਾ ਤਨਵੀਰ ਹੁਸੈਨ ਸਾਹਿਬ ਨੇ ਸ਼ੇਖੂਪੁਰੇ 'ਚ ਕਿਹਾ ਕਿ ਤਹਿਰੀਕ ਇਨਸਾਫ ਸਿਆਸੀ ਜਮਾਤ ਨਹੀਂ ਬਲਕਿ ਇਸਰਾਈਲ ਤੇ ਭਾਰਤ ਦੀ ਪ੍ਰਾਕਸੀ ਹੈ। ਆ ਬੱਲੇ ਹੋ ਸ਼ੇਰ ਬੱਗਿਆ ਰਾਣਾ ਸਾਹਿਬ, ਮੈਂ ਕਹਿੰਦਾ ਵੀ ਜਦੋਂ ਤੁਸੀਂ ਵੀ ਬੋਲਦੇ ਹੋ ਖੱਫੜ ਹੀ ਪਾੜਦੇ ਹੋ। ਵੈਸੇ ਨਾ ਹੀ ਬੋਲਿਆ ਕਰੋ, ਮੇਰੀ ਤੁਹਾਡੇ ਕੋਲੋਂ ਗੁਜ਼ਾਰਿਸ਼ ਹੈ ਰਾਣਾ ਸਾਹਿਬ। ਮਤਲਬ ਐਡੇ ਭੈੜੇ ਰੋਣ ਨਾਲੋਂ ਚੁੱਪ ਚੰਗੀ ਹੁੰਦੀ ਹੈ। ਮਤਲਬ ਜੋ ਕੁਝ ਤੁਸੀਂ ਕਰ ਛੱਡਿਆ, ਇਸ ਤੋਂ ਬਾਅਦ ਕਿਸੇ ਨੂੰ ਹੁਣ ਭੁਲੇਖਾ ਰਹਿ ਗਿਆ ਵੀ ਪ੍ਰੋਕਸੀ ਕੌਣ ਕਿਹਦੀ ਹੈ। ਹੁਣ ਤੁਸੀਂ ਜਿੰਨਾ ਇਹ ਬੋਲੋਗੇ, ਜਿੰਨਾ ਉਤਾਂਹ ਨੂੰ ਥੁੱਕੋਗੇ, ਹੁਣ ਤੁਹਾਡੇ ਮੂੰਹ ਦੇ ਉੱਤੇ ਰਾਣਾ ਸਾਹਿਬ ਡਿੱਗਣਾ ਸਾਰਾ। ਹੁਣ ਸਾਰਿਆਂ ਨੂੰ ਚੰਗੀ ਤਰ੍ਹਾਂ ਚਾਨਣ ਹੋ ਗਿਆ ਵੀ ਕੌਣ ਕਿਹਦੀ ਪ੍ਰੋਕਸੀ ਹੈ। ਅੱਛਾ ਜੀ, ਅੱਗੇ ਚੱਲਨੇ ਸਾਡੇ ਵੱਡੇ ਦਾਨਿਸ਼ਵਾਰ, ਵੱਡੇ ਇਸ ਤੋਂ ਨੇ, ਮੈਨੂੰ ਨਹੀਂ ਪਤਾ ਦਾਨਿਸ਼ ਤੇ ਕਿੱਡੀ ਕੁ ਵੱਡੀ ਹੈ, ਪਰ ਇਹ ਕਿ ਓਜਰ ਵੀ ਵੱਡਾ ਹੈ ਭਰਾ ਸਾਡੇ ਦਾ, ਔਰ ਜ਼ਾਹਿਰ ਹੈ ਕਿ ਵਿੱਡ ਵੀ ਵੱਡਾ ਹੈ। ਜਨਾਬ ਸੁਹੇਲ ਵੜਾਈ ਸਾਹਿਬ, ਉਹਨਾਂ ਤਜਜ਼ੀਆ ਕੀਤਾ ਹੈ, ਤੇ ਤਜਜ਼ੀਆ ਉਹਨਾਂ ਨੇ ਇਹੋ ਜਿਹਾ ਕੀਤਾ ਹੈ ਕਿ ਸਾਰੇ ਬੰਦੇ ਹੀ ਹੈਰਾਨ ਹੋ ਗਏ ਨੇ। ਉਹਨਾਂ ਕਿਹਾ ਕਿ ਕਾਇਦੇ ਆਜ਼ਮ ਵੀ ਕੰਜੂਸ ਸਨ ਤੇ ਉਹਨਾਂ ਦੀ ਭੈਣ ਵੀ ਕੰਜੂਸ ਸੀ। ਹੈਰਤ ਜ਼ਦਾ ਹੋ ਗਿਆ ਮੈਂ ਉਹਨਾਂ ਦੀ ਗੱਲ ਸੁਣ ਕੇ। ਅੱਛਾ, ਇੱਕ ਤੇ ਦੋਨੋਂ ਵਫਾਤ ਪਾ ਚੁੱਕੇ ਨੇ, ਦੋਨੋਂ ਨੈਸ਼ਨਲ ਲੀਡਰ ਨੇ, ਜ਼ਾਹਿਰ ਹੈ ਕਾਇਦੇ ਆਜ਼ਮ ਸਾਹਿਬ ਤੇ ਬਾਬਾ ਕੌਮ ਨੇ, ਉਹਨਾਂ ਦੀ ਜਿਹੜੀ ਹਮਸ਼ੀਰਾ ਨੇ ਉਹ ਵੀ ਸਾਡੇ ਨੈਸ਼ਨਲ ਲੀਡਰ ਨੇ, ਔਰ ਵਫਾਤ ਵੀ ਪਾ ਚੁੱਕੇ ਨੇ। ਤੇ ਕੰਜੂਸ ਕਿਸੇ ਨੂੰ ਕਹਿਣਾ ਕੋਈ ਚੰਗੀ ਗੱਲ ਤੇ ਹੈ ਨਹੀਂ, ਤੁਹਾਨੂੰ ਪਤਾ। ਹਾਂ, ਕੋਈ ਥੋੜ੍ਹਾ ਜਿਹਾ ਇਹ ਕਹਿ ਲਓ ਕਿ ਜ਼ਰਾ ਹੱਥ ਘੁੱਟ ਕੇ ਖਰਚ ਕਰਦੇ ਸਨ, ਕੋਈ ਤਰੀਕੇ ਨੇ ਗੱਲ ਕਹਿਣ ਦੇ, ਕਿ ਤੁਸੀਂ ਇਹ ਕਹਿ ਲਓ ਵੀ ਜ਼ਰਾ ਥੋੜ੍ਹਾ ਜਿਹਾ, ਮੇਰਾ ਮਤਲਬ ਕੋਈ ਲਫ਼ਜ਼ ਹੋਰ ਇਸਤੇਮਾਲ ਕਰ ਲਓ ਕਿ ਜਿਸ ਤਰ੍ਹਾਂ ਸਲੀਕਾਮੰਦ ਸਨ, ਇਤਦਾਲ ਪਸੰਦ ਸਨ, ਸਾਦਾ ਮਜ਼ਾਜ ਸਨ, ਘੱਟ ਖਰਚ ਕਰਦੇ ਸਨ, ਜ਼ਰਾ ਪੈਸੇ ਜੋੜਦੇ ਸਨ, ਕੋਈ ਇਸ ਤਰ੍ਹਾਂ ਦੀ ਗੱਲ ਕਰ ਲਓ। ਸਿੱਧਾ ਹੀ ਕੰਜੂਸ ਆਖਣਾ, ਕਿਉਂਕਿ ਜਿਹੜਾ ਉਰਦੂ ਅਦਬ ਹੈ, ਕਿਉਂਕਿ ਉਰਦੂ ਅਦਬ ਦੇ ਵਿੱਚ ਗੱਲਬਾਤ ਹੋ ਰਹੀ ਸੀ, ਜਿਹੜੀ ਕਾਨਫਰੰਸ ਸੀ ਉਹ ਉਰਦੂ ਅਦਬ ਦੀ ਹੋ ਰਹੀ ਸੀ। ਉੱਥੇ ਬੈਠੇ ਜਨਾਬ ਨੇ ਗੱਲ ਕੀਤੀ ਉਰਦੂ ਅਦਬ ਦੇ ਜਿਹੜੇ ਕੰਜੂਸੀ ਦੇ ਬਾਰੇ, ਜਿਹੜੇ ਅਕਸਰ ਮਾਨੀ ਨੇ ਉਹ ਜ਼ਾਹਿਰ ਹੈ ਖੁਦਗਰਜ਼ੀ, ਤੰਗਦਿਲੀ, ਇਖਲਾਕੀ ਕਮਜ਼ੋਰੀ ਦੇ ਤੌਰ ਦੇ ਉੱਤੇ ਇਹਨਾਂ ਨੂੰ ਸਮਝਿਆ ਜਾਂਦਾ। ਤਨਜ਼ੋ ਮਜ਼ਾਹ ਦੇ ਵਿੱਚ ਲਫ਼ਜ਼ ਆਮ ਤੌਰ 'ਤੇ ਜਦੋਂ ਕਿਸੇ ਬੰਦੇ ਦੇ ਬਾਰੇ ਕਿਸੇ ਨੂੰ ਹਸਾਉਣਾ ਹੋਵੇ ਜਾਂ ਬੁਰਾ ਮਹਿਸੂਸ ਕਰਾਉਣਾ ਹੋਵੇ ਤਾਂ ਉਦੋਂ ਉਹਨੂੰ ਕੰਜੂਸ ਕਿਹਾ ਜਾਂਦਾ। ਹੁਣ ਕਾਇਦੇ ਆਜ਼ਮ ਸਾਹਿਬ ਦੇ ਬਾਰੇ ਜਿਹੜੀਆਂ ਕਹਾਣੀਆਂ ਸੁਣਾ ਰਹੇ ਨੇ ਉਹਦੇ ਵਿੱਚ ਆਪੇ ਹੀ ਇਸ ਗੱਲ ਦੀ ਤਰਦੀਦ ਵੀ ਕਰ ਰਹੇ ਨੇ। ਕਹਿ ਰਹੇ ਨੇ ਕਿ ਬੇਗਮ ਨਾਲ ਇੰਨਾ ਪਿਆਰ ਕਰਦੇ ਸਨ ਕਿ ਬੇਗਮ ਜੋ ਖਰਚ ਕਰਦੀ ਸੀ, ਭਲੇ ਉਹ ਪੈਰਿਸ ਰਵੇ ਤੇ ਭਲੇ ਇੰਗਲੈਂਡ ਰਵੇ, ਈਵਨ ਲੜਾਈ ਤੋਂ ਬਾਅਦ ਵੀ, ਲੜਾਈ ਵੀ ਜਦੋਂ ਹੋਈ ਸੀ ਉਦੋਂ ਵੀ ਬੇਗਮ ਜਿੱਥੇ ਜਾ ਕੇ ਜੋ ਖਰਚ ਕਰਦੀ ਸੀ, ਲੜਾਈ ਮਤਲਬ ਜਦੋਂ ਇਕੱਠੇ ਨਹੀਂ ਸੀ ਰਹਿ ਰਹੇ, ਉਦੋਂ ਵੀ ਬਿੱਲ ਕਾਇਦੇ ਆਜ਼ਮ ਖੁਦ ਹੀ ਦਿੰਦੇ ਸਨ, ਜਿੱਥੇ ਮਰਜ਼ੀ ਬੇਗਮ ਸਾਹਿਬਾ ਜੋ ਮਰਜ਼ੀ ਖਰਚ ਕਰਦੇ ਸਨ। ਫਿਰ ਆਪੇ ਆਉਂਦੇ ਨੇ ਕੱਪੜਿਆਂ 'ਤੇ ਬਹੁਤ ਪੈਸੇ ਖਰਚ ਕਰਦੇ ਸਨ। ਫਿਰ ਆਪੇ ਹੀ ਆਉਂਦੇ ਨੇ ਕਿ ਕਾਇਦੇ ਆਜ਼ਮ ਰਹਿਮਤੁल्लाह ਅਲੈਹ, ਉਹਨਾਂ ਦੀ ਬੇਗਮ ਇੱਕ ਵਾਰੀ ਚਲੇ ਗਏ ਹੈਦਰਾਬਾਦ ਜਾਂ ਕਿਸੇ ਜਗ੍ਹਾ, ਉਹਨਾਂ ਨੇ ਉੱਥੋਂ ਫਰਨੀਚਰ ਖਰੀਦ ਲਿਆ ਤੇ ਕਾਇਦੇ ਆਜ਼ਮ ਨੂੰ ਆਖਿਆ ਵੀ ਫਰਨੀਚਰ ਨਹੀਂ ਚਾਹੀਦਾ, ਉਹਨਾਂ ਫਿਰ ਵੀ ਖਰੀਦ ਲਿਆ, ਉਹਦੇ ਪੈਸੇ ਵੀ ਦਿੱਤੇ।
ਮਤਲਬ ਫਿਰ ਕਹਿੰਦੇ ਨੇ ਕਿ ਬੇਗਮ ਦੇ ਜਿਹੜੇ ਕੁੱਤੇ ਸਨ ਉਹ ਅਲੱਗ ਕਮਰੇ 'ਚ ਰਹਿੰਦੇ ਸਨ, ਅਤੇ ਜ਼ਾਹਿਰ ਹੈ ਅਲੱਗ ਕਮਰੇ 'ਚ ਉਹਦਾ ਵੀ ਖਰਚਾ ਹੁੰਦਾ ਹੋਏਗਾ, ਉਹ ਵੀ ਕਾਇਦ ਆਜ਼ਮ ਰਹਿਮਤੁल्लाह ਅਲੈਹ ਅਫੋਰਡ ਕਰਦੇ ਸਨ। ਇੱਕ ਪਾਸੇ ਇਹ ਗੱਲਾਂ ਕਰ ਰਹੇ ਨੇ, ਦੂਜੇ ਪਾਸੇ ਆਉਂਦੇ ਸਨ ਰੋਟੀ ਨਹੀਂ ਖਵਾਉਂਦੇ ਸੀ ਲੋਕਾਂ ਨੂੰ, ਇਸ ਲਈ ਕੰਜੂਸ ਸਨ, ਬਿਸਕਿਟ ਵੀ ਨਹੀਂ ਸੀ ਖਵਾਉਂਦੇ। ਚੌਧਰੀ ਸਾਹਿਬ ਸਾਡੇ ਤਾਂ ਤੁਸੀਂ ਵੀਰ ਹੋ, ਸੱਜਣ ਹੋ, ਮੇਰਾ ਵੀਰ ਓਜਰ ਤੋਂ ਸੋਚਣਾ ਥੋੜ੍ਹਾ ਬੰਦ ਕਰ, ਜਿਹੜੀ ਤੇਰੀ ਦਾਨਸ਼ਵਰੀ ਸਾਰੀ ਓਜਰੀ ਤੋਂ ਸ਼ੁਰੂ ਹੁੰਦੀ ਹੈ, ਇਹ ਓਜਰ ਤੇ ਮੁੱਕ ਜਾਂਦੀ ਹੈ ਮੇਰਾ ਵੀਰ, ਰੋਟੀ ਤੋਂ ਕੰਮ ਸ਼ੁਰੂ ਹੁੰਦਾ, ਰੋਟੀ ਤੋਂ ਤੇਰਾ ਕੰਮ ਮੁੱਕ ਜਾਂਦਾ ਮੇਰਾ ਵੀਰ। ਜਿਹੜਾ ਬੰਦਾ ਰੋਟੀ ਖਵਾਉਂਦਾ ਤੇਰੇ ਹਿਸਾਬ ਨਾਲ ਬੜਾ ਚੰਗਾ, ਜਿਹੜਾ ਨਹੀਂ ਖਵਾਉਂਦਾ। ਹੁਣ ਦੱਸੋ ਜਿਹੜੇ ਬੰਦੇ ਨੇ ਕਰਪਸ਼ਨ ਨਹੀਂ ਕੀਤੀ, ਹੁਣ ਜਿਹੜੇ ਲੰਗਰ ਖੋਲ੍ਹਦੇ ਨੇ ਅੱਜ ਕੱਲ੍ਹ ਦੇ ਸਿਆਸਤਦਾਨ ਜਨਾਬੇ ਵਾਲੇ, ਖੋਲ੍ਹ ਦਿੰਦੇ ਨੇ ਲੰਗਰ ਜਨਾਬ, ਇਹ ਕੌਣ, ਇਹ ਬੋਟੀਆਂ ਕਿਹਦੀਆਂ ਖਾਣ ਡਏ ਹੁੰਦੇ ਨੇ? ਉਹ ਆਮ ਬੰਦਾ ਜਾਂ ਅਸ਼ਰਾਫੀਆ, ਜਿਹੜੇ ਵੀ ਆਮ ਬੰਦਿਆਂ ਦੀਆਂ ਬੋਟੀਆਂ ਖਾਣ ਡਏ ਹੁੰਦੇ ਨੇ ਮਾਜ਼ਰਤ ਦੇ ਨਾਲ, ਜਿਨ੍ਹਾਂ ਨੂੰ ਲੁੱਟਿਆ ਹੁੰਦਾ। ਜਿਹੜਾ ਇਮਾਨਦਾਰ ਹੈ ਉਹ ਕਿੱਥੋਂ ਇਹੋ ਜਿਹੇ ਲੰਗਰ ਖੋਲ੍ਹੇ, ਮੈਨੂੰ ਦੱਸੋ। ਅੱਛਾ, ਮੈਂ ਤੁਹਾਨੂੰ ਆਪਣੀ ਦਾਸਤਾਨ ਸੁਣਾਉਣਾ ਹੈ ਕਿ ਮੈਂ ਜਦੋਂ ਇਸਲਾਮਾਬਾਦ ਰਹਿੰਦਾ ਸਾਂ, ਅਤੇ ਜ਼ਾਹਿਰ ਹੈ ਵਜ਼ੀਰ ਆਜ਼ਮ ਦਾ ਮੈਂ ਸਪੋਕਸ ਪਰਸਨ ਸਾਂ, ਅਤੇ ਉਹਨਾਂ ਦੇ ਲਾਗੇ ਕੰਮ ਕਰਦਾ ਸਾਂ। ਸਿਆਸੀ ਬੰਦਿਆਂ ਦੇ ਵਿੱਚੋਂ ਨਈਮ ਭਾਈ ਦੀ ਵਫਾਤ ਤੋਂ ਬਾਅਦ ਮੈਂ ਹੀ ਸਾਂ ਜਿਹੜਾ ਉਹਨਾਂ ਦੇ ਕਰੀਬ ਕੰਮ ਕਰਦਾ ਸਾਂ। ਉਸੇ ਵਜ੍ਹਾ ਤੋਂ ਬਹੁਤ ਸਾਰੇ ਲੋਕ ਮਿਲਣ ਵੀ ਆਉਂਦੇ ਸਨ। ਹੁਣ ਮੈਂ ਜਾਂ ਤਾਂ ਮਾਲ ਪਾਣੀ ਬਣਾਉਂਦਾ, ਫਿਰ ਤਾਂ ਲੰਮੇ ਖਾਬੇ ਚੱਲਦੇ ਜਨਾਬ, ਅਤੇ ਖਰਚੇ ਹੁੰਦੇ, ਅਤੇ ਲੋਕੀ ਆਉਂਦੇ ਵੀ ਗਿੱਲ ਸਾਹਿਬ ਜਿੱਡਾ ਬੰਦਾ ਤਾਂ ਕੋਈ ਤਗੜਾ ਹੈ ਹੀ ਨਹੀਂ। ਹੁਣ ਮੈਂ ਤਾਂ ਕੰਮ ਨਹੀਂ ਸੀ ਕਰ ਸਕਦਾ, ਅਤੇ ਮੈਂ ਜਨਾਬ 2 ਕੰਮ ਰੱਖੇ ਸਨ। ਤੁਸੀਂ ਹੁਣ ਹੱਸ ਪਾਓਗੇ, ਕਿਉਂਕਿ ਰੋਜ਼ ਹੀ ਕੋਈ ਨਾ ਕੋਈ ਬੰਦਾ ਆਉਂਦਾ ਸੀ, ਸ਼ਾਮ ਦੇ ਵੇਲੇ ਹੀ ਆਉਣਾ ਹੁੰਦਾ ਸੀ, ਦਿਨੇ ਤਾਂ ਸਾਰਾ ਦਫ਼ਤਰ ਹੋਈਦਾ ਸੀ। ਅਤੇ ਮੈਂ ਮੁੰਡੇ ਨੂੰ ਦੱਸਿਆ ਸੀ ਵੀ ਪੁੱਤਰ ਚਿਕਨ ਪਕਾਇਆ ਕਰਨਾ ਜ਼ਰਾ ਲੰਮਾ ਸ਼ੋਰਾ ਰੱਖ ਕੇ ਰੋਜ਼, ਅਤੇ ਨਾਲ ਦਾਲ ਇੱਕ ਜਾਂ ਇੱਕ ਸਬਜ਼ੀ ਔਰ ਦਾਲ ਵੀ ਲੰਮਾ ਸ਼ੋਰਾ ਰੱਖ ਕੇ, ਅਤੇ 4 ਬੰਦੇ ਆ ਵੀ ਜਾਣ ਅਤੇ ਰੋਟੀਆਂ ਨਾਲ, ਅਤੇ ਇਹ ਸ਼ੈਵਾਂ ਪੂਰੀਆਂ ਹੋ ਜਾਣ, ਨਾਲ ਸਲਾਦ ਹੋ ਜਾਏ। ਹੁਣ ਜਿਹੜੇ ਬੰਦੇ ਆਉਂਦੇ ਸਨ ਇਹ ਹੀ ਖਾਣ ਨੂੰ ਰੋਜ਼ ਲੱਭਦਾ ਸੀ, ਇਹ ਹੀ ਪੱਕਦਾ ਸੀ, ਇਹ ਹੀ ਮੈਂ ਖਾਂਦਾ ਸਾਂ, ਇਹ ਹੀ ਉਹ ਖਾਂਦੇ ਸਨ ਜਿਹੜਾ ਕੋਈ ਬੰਦਾ ਆਉਂਦਾ ਸੀ। ਹੁਣ ਵੜੈਚ ਸਾਹਿਬ ਦੇ ਹਿਸਾਬ ਨਾਲ ਤਾਂ ਮੈਂ ਵੀ ਕੰਜੂਸ ਹੈ। ਹੁਣ ਵੜੈਚ ਸਾਹਿਬ ਮੇਰੇ ਕੋਲ 2 ਹੀ ਆਪਸ਼ਨ ਸਨ, ਜਾਂ ਤਾਂ ਨਾਲ ਬੰਦਾ ਰੱਖਦਾ ਇੱਕ ਨਿੱਘਾ ਜਿਹਾ ਜਿਹਦੀ ਜੇਬ ਜ਼ਰਾ ਲੰਮੀ ਹੁੰਦੀ, ਉਹ ਫੜੀ ਆਉਂਦਾ ਪੈਸੇ ਮੇਰੇ ਥਾਂ 'ਤੇ ਸਾਰਿਆਂ ਦੇ ਕੋਲੋਂ, ਅਤੇ ਫੜ ਫਿਰ ਉੱਥੇ ਜਨਾਬ ਚੱਲਦੇ, ਉੱਥੇ ਮਤੰਜਣ 'ਤੇ ਹਰ ਸ਼ੈ ਚੱਲਦੀ, ਅਤੇ ਫਿਰ ਉੱਥੇ ਸਰੀਨਾ ਤੋਂ ਖਾਣੇ ਆਉਂਦੇ, ਅਤੇ ਮੈਰੀਅਟ ਤੋਂ ਆਉਂਦੇ, ਅਤੇ ਕੱਢ ਤਬਾਹੀਆਂ ਦਿੰਦੇ। ਸਾਡੇ ਸੱਜਣ ਨੇ, ਇੱਕ ਸਹਾਫੀ ਨੇ, ਬੜੇ ਵੱਡੇ, ਨਾਂ ਨਹੀਂ ਲੈਂਦਾ ਪਿਆ ਉਹਨਾਂ ਦਾ, ਉਹ ਜਦੋਂ ਲਾਹੌਰੋਂ ਤੁਰਦੇ ਸਨ ਅਤੇ ਉਹ ਮੈਨੂੰ ਫੋਨ ਕਰਦੇ ਸਨ, ਬਜ਼ੁਰਗ ਵੀ ਨੇ, ਮੈਂ ਉਹਨਾਂ ਦਾ ਬੜਾ ਇਹਤਰਾਮ ਕਰਦਾ। ਉਹ ਆਉਂਦੇ ਸਨ ਵੀ ਗਿੱਲ ਸਾਹਿਬ ਤੁਹਾਡੇ ਕੋਲੋਂ ਅੱਜ ਮੈਂ ਆਉਣਾ, ਅਤੇ ਰੋਟੀ ਤੁਹਾਡੇ, ਉਹਨਾਂ ਨੂੰ ਕੋਈ ਰੋਟੀ ਦੀ ਥੋੜ੍ਹ ਥੋੜ੍ਹੀ ਹੈ, ਜਿੱਥੋਂ ਮਰਜ਼ੀ ਖਾਣ ਉਹ। ਅਤੇ ਉਹ ਤੁਹਾਨੂੰ ਪਤਾ ਹੈ ਨਾ ਕਿ ਸਦਰ ਬਾਜ਼ਾਰ ਵਾਲੇ ਜਿੰਨੇ ਵੀ ਬਜਾਜ ਨੇ, ਜੱਟ ਦੀ ਇਹ ਉਹਨਾਂ ਨਾਲ ਪੈਸੇ ਵਾਲੀ ਸਾਂਝ, ਜਿੱਥੋਂ ਮਰਜ਼ੀ ਸੂਟ ਪੜਵਾ ਲੈ, ਮਿੱਤਰਾਂ ਦਾ ਨਾਂ ਚੱਲਦਾ, ਅਤੇ ਉਹਨਾਂ ਦਾ ਵੀ ਨਾਂ ਚੱਲਦਾ, ਜਿੱਥੇ ਮਰਜ਼ੀ ਉਹ ਬਹਿ ਕੇ ਰੋਟੀ ਟੁੱਕਰ ਖਾਣ। ਲੋਕੀ ਸਾਦਤ ਹੀ ਸਮਝਦੇ ਨੇ ਉਹਨਾਂ ਨੂੰ ਰੋਟੀ ਟੁੱਕਰ ਖਵਾਉਣ ਦੀ, ਲੇਕਿਨ ਮੈਨੂੰ ਫੋਨ ਕਰਕੇ ਕਹਿੰਦੇ ਸਨ ਕਿ ਰੋਟੀ ਤੁਹਾਡੇ ਕੋਲ ਖਾਣੀ ਹੈ, ਲੇਕਿਨ ਨਾਲ ਮੱਛੀ ਖਾਣੀ ਹੈ, ਫਿਸ਼ ਖਾਣੀ ਹੈ। ਜਿੱਦਣ ਉਹ ਆਉਂਦੇ ਸਨ ਫਿਰ ਖਸੂਸੀ ਤੌਰ 'ਤੇ ਫਿਸ਼ ਬਣਦੀ ਸੀ, ਅਤੇ ਉਹ ਅਸੀਂ ਬਹਿ ਕੇ ਖਾਈ ਦੀ ਸੀ। ਅਤੇ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਇਹ ਜਨਾਬ ਅੱਜ ਵਾਲਿਆਂ ਨੇ ਜ਼ਰਾ ਘਸੁੰਨ ਮਾਰੇ ਨੇ, ਉਹ ਰੱਬ ਨੇੜੇ ਕਿ ਘਸੁੰਨ ਨੇੜੇ। ਅੱਜ ਵਾਲਿਆਂ ਨੇ ਘਸੁੰਨ ਫੇਰੇ ਨੇ ਸਾਡੇ ਜਨਾਬ ਸੁਹੇਲ ਵੜੈਚ ਸਾਹਿਬ ਨੂੰ। ਉਹ ਪਿਛਲੇ ਦਿਨ ਇਹਨਾਂ ਕਿਤਾਬ ਵੀ ਲਿਖੀ ਹੈ ਨਾ, ਪਹਿਲਾਂ ਵੀ ਇੱਕ ਕਿਤਾਬ ਲਿਖੀ ਸੀ, ਇਹ ਕੰਪਨੀ ਨਹੀਂ ਚੱਲਣੀ, ਅਤੇ ਉਹਦੇ ਉੱਤੇ ਵੀ ਜਿਹੜਾ ਸਰੇ ਵਰਕ ਦੇ ਉੱਤੇ ਕੋਈ ਤਸਵੀਰਾਂ ਬਣਾਈਆਂ ਸੀ, ਉਹ ਭਾਈ ਉਹਨਾਂ ਨੇ ਫਿਰ ਇਹਨਾਂ ਨੂੰ ਮੇਰਾ ਖਿਆਲ ਹੈ ਸੁਹੇਲ ਵੜੈਚ ਸਾਹਿਬ ਨੂੰ ਕੁੱਟਦੇ ਨਹੀਂ ਫੌਜੀ ਫੜ ਕੇ, ਇਹਨਾਂ ਨੂੰ ਕੁਤਕੁਤਾਰੀਆਂ ਕੱਢਦੇ ਨੇ। ਇਹਨਾਂ ਦੇ ਢਿੱਡ ਦੇ ਉੱਤੇ ਨਾ, ਮਾਜ਼ਰਤ ਆ ਜਿਹੜਾ ਅਗਲਾ ਲਫ਼ਜ਼ ਮੈਂ ਲੈਣ ਲੱਗਾ, ਬੈਲੀ ਬਟਨ ਕਹਾਂਗਾ ਤਾਂ ਤੁਹਾਨੂੰ ਨਾਰਮਲ ਲੱਗਣਾ, ਧੁੰਨੀ ਕਹਾਂਗਾ ਤਾਂ ਤੁਹਾਨੂੰ ਗੰਦਾ ਜਿਹਾ ਲਫ਼ਜ਼ ਲੱਗਣਾ। ਇਹ ਵੀ ਤਾਂ ਇੱਕ ਮੁਸੀਬਤ ਹੈ, ਪੰਜਾਬੀ ਬੋਲੀਏ ਤਾਂ ਭੈੜੀ ਲੱਗਦੀ ਹੈ, ਅੰਗਰੇਜ਼ੀ ਬੋਲੀਏ ਤਾਂ ਠੀਕ ਲੱਗਦੀ ਹੈ, ਲੇਕਿਨ ਬਹਰਹਾਲ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਧੁੰਨੀ ਦੇ ਵਿੱਚ ਨਾ ਉਹ ਕੁਤਕੁਤਾਰੀਆਂ ਕੱਢਦੇ ਨੇ, ਅਤੇ ਇਹਨਾਂ ਦੇ ਕੋਲੋਂ ਫਿਰ ਉਸ ਤਰੀਕੇ ਨਾਲ ਇਹਨਾਂ ਨੂੰ ਉਹ ਕਾਬੂ ਕਰਦੇ ਨੇ, ਕਿਉਂਕਿ ਸਾਰਾ ਰੌਲਾ ਹੀ ਉਜਰਦਾ ਇੱਥੇ ਬਾਹਰ। ਇਹਨਾਂ ਦੀ ਕਿਤਾਬ ਦੇ ਸਰੇ ਵਰਕ ਤੋਂ ਉਹ ਤਸਵੀਰਾਂ ਉਹਨਾਂ ਉਡਾਤੀਆਂ। ਹੁਣ ਇਹਨਾਂ ਨੇ ਫਿਰ ਸਿਆਸੀ ਮੋਹਰੇ ਕਿ ਕਿਹੜੀ ਕਿਤਾਬ ਇੱਕ ਨਵੀਂ ਲਿਖੀ ਹੈ, ਉਹਦੇ 'ਤੇ ਨਾ ਟੋਪੀ ਰੱਖ ਦਿੱਤੀ, ਫੌਜੀ ਟੋਪੀ ਇਹਨਾਂ ਰੱਖ ਦਿੱਤੀ ਉੱਤੇ। ਟੋਪੀ ਦਾ ਹੀ ਤਾਂ ਰੌਲਾ ਹੈ ਸਾਰਾ ਭਾਈ ਜੀ, ਤੁਹਾਨੂੰ ਪਤਾ ਹੈ ਕਿ ਟੋਪੀ ਦਾ ਰੌਲਾ ਹੈ ਸਾਰਾ। ਅਤੇ ਇਹਨਾਂ ਨੇ ਉਹ ਟੋਪੀ ਰੱਖ ਦਿੱਤੀ, ਫੌਜੀ ਟੋਪੀ ਉਸ ਕਿਤਾਬ 'ਤੇ। ਅਗਲਿਆਂ ਫਿਰ ਕੱਢੀਆਂ ਕੁਤਕੁਤਾਰੀਆਂ ਆ ਕੇ ਇਹਨਾਂ ਨੂੰ, ਉਹ ਕੁਤਕੁਤਾਰੀਆਂ ਐਸੀਆਂ ਉਹਨਾਂ ਕੱਢੀਆਂ ਵੀ ਇਹਨਾਂ ਦੀ ਕਿਤਾਬ ਦੇ ਉਹਨਾਂ ਖਤਨੇ ਕਰ ਛੱਡੇ। ਮੇਰਾ ਕਹਿਣ ਦਾ ਮਤਲਬ ਹੈ ਕਿ ਉਹਨਾਂ ਨੇ ਟੋਪੀ ਉੱਤੋਂ ਉਡਾ ਦਿੱਤੀ। ਉਹ ਟੋਪੀ ਦੀ ਜਗ੍ਹਾ 'ਤੇ ਇਹਨਾਂ ਨੇ ਫਿਰ ਐਵੇਂ ਇੱਕ ਕਰਾਊਨ ਜਿਹਾ ਲਾ ਦਿੱਤਾ ਬਾਦਸ਼ਾਹ ਸਲਾਮਤ ਦਾ, ਉਹ ਟੋਪੀ ਉਤਰ ਗਈ। ਇਹ ਅਸਦ ਸਾਹਿਬ ਨੇ ਇਹ ਖਬਰ ਦਿੱਤੀ। ਅੱਛਾ, ਹੁਣ ਇਹ ਮੈਨੂੰ ਨਹੀਂ ਪਤਾ ਵੀ ਉਹਨਾਂ ਜਿਸ ਵੇਲੇ ਟੋਪੀ ਇਹਨਾਂ ਦੀ ਲਾਈ ਹੈ ਉਸ ਤੋਂ ਬਾਅਦ ਇਹਨਾਂ ਗੁਜ਼ਾਰਾ, ਕਿਉਂਕਿ ਠੰਡ ਲੱਗਦੀ ਬੰਦੇ ਨੂੰ ਟੋਪੀ ਨਾ ਪਾਈ ਹੋਵੇ ਅਤੇ ਇਹ ਹੁਣ ਜਾਂ ਤਾਂ ਕਿਤੇ ਮੇਰਾ ਖਿਆਲ ਇਕੱਲੇ ਆਂਡੇ ਖਾ ਕੇ ਗੁਜ਼ਾਰਾ ਕਰਦੇ ਨੇ, ਅਬਾਲੂ ਆਂਡੇ ਖਾਂਦੇ ਹੋਣਗੇ। ਵੈਸੇ ਵੜੈਚ ਸਾਹਿਬ ਮੇਰਾ ਮਸ਼ਵਰਾ ਤੁਹਾਨੂੰ ਵੀ 2 ਤੋਂ ਜ਼ਿਆਦਾ ਨਾ ਖਾਣਾ। ਕਈ ਲੋਕ ਆਉਂਦੇ ਨੇ ਵੀ ਬਹੁਤੇ ਆਂਡੇ ਖਾਣ ਨਾਲ ਵੀ ਬੰਦੇ ਨੂੰ ਤਬੀਅਤ ਖਰਾਬ ਹੋ ਜਾਂਦੀ, ਨਾ ਹੀ ਚਲਗੋਜ਼ੇ ਬਹੁਤੇ ਖਾਣਾ, ਨਾ ਹੀ ਬਦਾਮ ਬਹੁਤੇ ਖਾਣਾ, ਅਤੇ ਆਂਡੇ 2 ਹੀ, ਜ਼ਿਆਦਾ 3 ਖਾ ਲੈਣਾ ਚਲੋ, ਲੇਕਿਨ 2 ਆਂਡੇ। ਅਤੇ ਇਹ ਹੁਣ ਜਿਹੜੀ ਉਹਨਾਂ ਨੇ ਇਹਨਾਂ ਦੀ ਸਿਆਲੂ ਮਹੀਨਿਆਂ ਦੇ ਵਿੱਚ, ਸਿਆਲ ਦੇ ਵਿੱਚ ਟੋਪੀ ਲਾ ਕੇ ਲੈ ਗਏ ਨੇ ਅਗਲੇ। ਇਹਨਾਂ ਦਾ ਹੁਣ ਗੁਜ਼ਾਰਾ ਕਿਵੇਂ ਹੋਏਗਾ, ਕਿਸ ਤਰ੍ਹਾਂ ਕਰਨਗੇ, ਇਹ ਮੇਰੀ ਸਮਝ ਤੋਂ ਬਾਹਰ ਹੈ। ਲੇਕਿਨ ਮੈਨੂੰ ਲੱਗਦਾ ਹੈ ਕਿ ਜਿੱਡਾ ਭਾਈ ਉਹਨਾਂ ਦਾ ਇੰਟਰਸਟ ਹੈ ਨਾ ਰੋਟੀ 'ਤੇ, ਮੇਰੇ ਨਾਲ ਟੋਪੀ ਨਾਲ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਵੀ ਉਹਨਾਂ ਦੀ ਟੋਪੀ ਲੈ ਗਈ ਹੈ, ਸਿਰ ਤੋਂ ਟੋਪੀ ਉਹਨਾਂ ਦੀ ਲੈ ਗਈ। ਇੱਕ ਦੰਦ ਬੜੇ ਕੱਢਦੇ ਜੇ ਯਾਰ ਤੁਸੀਂ,
ਮੈਂ ਤਾਂ ਤੁਹਾਡੇ ਤੋਂ ਬੜਾ ਤੰਗ ਆ ਜਿਹੜੇ ਦੰਦ ਕੱਢਦੇ ਨੇ। ਪਤਾ ਨਹੀਂ ਗੱਲਾਂ ਨੂੰ ਕਿੱਧਰ ਦੀਆਂ ਕਿੱਧਰ ਖਿੱਚ ਕੇ ਲਈ ਫਿਰਦੇ ਜੇ। ਅਗਲੀ ਖਬਰ ਤੇ ਜਾਣੇ ਯਾਰ, ਤੁਹਾਡੇ ਤੋਂ ਮੈਂ ਬੜਾ ਹੀ ਆ ਜਿਹੜਾ ਸਾਹਮਣੇ ਆਪਣਾ ਸਦੀਕ ਬੈਠਾ, ਇਹ ਤੋਂ ਮੈਂ ਬੜਾ ਤੰਗ ਹੈ। ਇਹ ਜਿਹੜਾ ਦੰਦ ਕੱਢਦਾ ਰਹਿੰਦਾ ਹੈ ਨਾ ਹਰ ਗੱਲ ਦੇ ਉੱਤੇ, ਉਹਦਾ ਮਤਲਬ ਕਿਤੇ ਦਾ ਕਿਤੇ ਲੈ ਜਾਂਦਾ। ਮੈਂ ਬਾਈ ਤੁਹਾਡੇ ਨਾਲ ਗੱਲ ਨਹੀਂ ਕਰਦਾ। ਅਗਲੀ ਗੱਲ ਜਿਹੜੀ ਹੈ, ਐਸਆਰ ਰਾਣਾ ਸਾਹਿਬ ਨੇ ਵੀ ਇਹਦੇ ਨਾਲ ਮਿਲਦਾ ਜੁਲਦਾ ਤਜਜ਼ੀਆ ਕੀਤਾ ਹੈ। ਉਹਨਾਂ ਆਖਿਆ ਕਿ ਅਸੀਂ ਕਿਸੇ ਦਾ ਅਹਿਸਾਨ ਨਹੀਂ ਰੱਖਦੇ। 1947 ਚ ਕਾਇਦੇ ਆਜ਼ਮ ਨੇ ਮੁਲਕ ਬਣਾ ਕੇ ਸਾਡੇ ਤੇ ਅਹਿਸਾਨ ਕੀਤਾ, ਅਸੀਂ ਦਸਤੀ ਮਤਲਬ ਪੈਂਦੇ ਲੈਂਦੇ ਆਈ। 1971 ਦੇ ਵਿੱਚ ਅਹਿਸਾਨ ਲਾਤਾ ਸਾ, ਪਾਕਿਸਤਾਨੀ ਤੋੜਤਾ ਵੀ ਲੈ ਬਾਬਾ ਜੀ ਅਹਿਸਾਨ ਨਾ ਕਰਦੇ ਰਹਿਣਾ। ਉਹਨਾਂ ਆਖਿਆ ਚੰਗਾ ਹੋਇਆ ਬਾਬਾ ਜੀ ਚਲੇ ਗਏ ਦੁਨੀਆ ਤੋਂ, ਇੱਥੇ ਰਹਿੰਦੇ ਐਵੇਂ ਹੀ ਤੇ ਕੋਈ ਨਾ ਕੋਈ ਨੈਬ ਦਾ ਮੁਕੱਦਮਾ ਬਣਿਆ ਹੋਣਾ ਸੀ, ਕੋਈ ਤੋਸ਼ਾਖਾਨਾ ਘੜੀ ਵੇਚਣ ਇੱਧਰ ਉੱਧਰ। ਆਪਣੇ ਜਿਹੜੇ ਕਾਇਦ ਨੂੰ ਅਸੀਂ ਜਾਂਦਿਆਂ ਵੀ ਜਿਹੜੀ ਅਸੀਂ ਮੁਹੱਬਤ ਕੀਤੀ, ਜੋ ਕੁਝ ਉਹਨਾਂ ਨਾਲ ਕੀਤਾ ਜ਼ਾਹਿਰ ਹੈ ਉਹ ਸਾਡੇ ਸਾਰਿਆਂ ਦੇ ਸਾਹਮਣੇ। ਨਵਾਜ਼ ਸ਼ਰੀਫ ਨੂੰ ਕਾਇਦ ਨਾਲ ਇੰਨੀ ਮੁਹੱਬਤ ਸੀ ਕਿ ਉਹਨਾਂ ਨੇ ਆਪਣੀ ਤਾਰੀਖ ਪੈਦਾਇਸ਼ ਹੀ ਬਦਲ ਕੇ 25 ਦਸੰਬਰ ਰੱਖ ਦਿੱਤੀ। ਉਹਨਾਂ ਕਿਹਾ ਵੀ ਮੇਰੀ ਹੁਣ ਤੋਂ ਤਾਰੀਖ ਪੈਦਾਇਸ਼ ਜਿਹੜੀ 25 ਦਸੰਬਰ। ਅੱਛਾ ਜੀ, ਜਿਹੜਾ ਸਾਡਾ ਵੀਲਾਗ ਤਾਂ ਤੁਸੀਂ ਵੇਖਦੇ ਹੀ ਹੋ, ਲੇਕਿਨ ਜਿਹੜੇ ਤੜਕੇ ਐਸਆਰ ਰਾਣਾ ਸਾਹਿਬ ਲਾਉਂਦੇ ਨੇ ਅੱਜ ਕੱਲ੍ਹ, ਮੈਂ ਵੇਖਿਆ ਉਹਨਾਂ ਦਾ ਵੀਲਾਗ ਐਸਆਰ ਰਾਣਾ ਸਪੈਸ਼ਲ ਦੇ ਨਾਂ ਦੇ ਨਾਲ ਕਰਦੇ ਨੇ। ਉਹ ਉਰਦੂ ਦੇ ਵਿੱਚ ਐਸਆਰ ਰਾਣਾ ਸਾਹਿਬ ਜਿਹੜੇ ਨੇ ਉਰਦੂ ਦੇ ਵਿੱਚ ਪੰਜਾਬੀ ਦੇ ਤੜਕੇ ਲਾਉਂਦੇ ਨੇ। ਉਹ ਲਾਜਵਾਬ ਨੇ। ਕਿਸੇ ਵੇਲੇ ਮੌਕਾ ਮਿਲੇ ਤਾਂ ਸੁਣਿਆ ਜ਼ਰੂਰ ਕਰੋ। ਗੱਲ ਵੈਸੇ ਵੀ ਨਿੱਘੀ ਗੱਲ ਕਰਦੇ ਨੇ ਅਤੇ ਸਿੱਧੀ ਗੱਲ ਕਰਦੇ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ। ਕਿਸੇ ਮੁਲਕ ਨੇ ਵੀ ਜਿਹੜੇ ਸਾਡੇ ਆਸਿਫ ਜ਼ਰਦਾਰੀ ਸਾਹਿਬ ਨੇ, ਉਹਨਾਂ ਨੇ ਇੱਕ ਨਵੀਂ ਧਮਕੀ ਦਿੱਤੀ ਹੈ ਅਤੇ ਧਮਕੀ ਉਹ ਸਾਰੇ ਬੰਦਿਆਂ ਨੇ ਬੜੇ ਧਿਆਨ ਨਾਲ ਸੁਣਨੀ ਹੈ ਅਤੇ ਅਮਲ ਵੀ ਕਰਨਾ ਹੈ। ਉਹਨਾਂ ਆਖਿਆ ਕਿਸੇ ਮੁਲਕ ਨੇ ਵੀ ਪਾਕਿਸਤਾਨ ਦੀ ਤਰਫ ਦੇਖਿਆ ਤੇ ਯਾਦ ਰੱਖਣਾ ਇੱਥੇ ਆਸਿਫ ਅਲੀ ਜ਼ਰਦਾਰੀ ਬੈਠਾ ਹੈ। ਅੱਛਾ, ਹੁਣ ਕੱਲ੍ਹ ਦਾ ਤਜਜ਼ੀਆ ਹੋਇਆ, ਕਿਸੇ ਬੰਦੇ ਨੇ ਤੇ ਗੌਰ ਨਹੀਂ ਕੀਤੀ। ਸਾਨੂੰ ਆਇਆ ਲੰਬੜਦਾਰ ਸਾਹਿਬ ਦਾ ਫੋਨ। ਇੱਕ ਤੇ ਲੰਬੜਦਾਰ ਸਾਹਿਬ ਨੇ ਪਿੰਨੀਆਂ ਦੇ ਉੱਤੇ ਭਾਈ ਥੋੜ੍ਹਾ ਗੁੱਸਾ ਕਰ ਗਏ ਨੇ, ਤੇ ਉਹ ਆਂਦੇ ਨੇ ਵੀ ਮੈਂ ਵਾਪਸ ਆ ਰਿਹਾ, ਲੇਕਿਨ ਇਸ ਵਾਰੀ ਮੈਂ ਕੈਲੀਫੋਰਨੀਆ ਨਹੀਂ ਆਉਣਾ, ਸਿੱਧਾ ਉਤਰਨਾ ਮੈਂ ਵਾਸ਼ਿੰਗਟਨ DC, ਅਤੇ ਮੈਂ ਤੁਹਾਡੀਆਂ ਅਲਸੀ ਦੀਆਂ ਪਿੰਨੀਆਂ ਲੈ ਕੇ ਆ ਰਿਹਾ, ਜਾਂ ਮੈਂ ਬੰਦਾ ਘੱਲਣ ਲੱਗਾ ਪਾਕਿਸਤਾਨ ਤੋਂ ਜਿਹੜਾ ਲੈ ਕੇ ਆਉਣਾ, ਮੈਨੂੰ ਦੱਸੋ ਕਿੰਨੀਆਂ ਚਾਹੀਦੀਆਂ ਨੇ। ਬੜੀ ਉਹਨਾਂ ਦੀ ਮਿੰਨਤ ਤਰਲਾ ਕੀਤਾ, ਉਹਨਾਂ ਨੂੰ ਡੱਕਿਆ, ਉਹਨਾਂ ਨੂੰ ਮੈਂ ਕਿਹਾ ਵੀ ਯਾਦ ਉਦੋਂ ਲੈ ਕੇ ਆਉਂਦੇ, ਹੁਣ ਖੇਚਲ ਕਰੋਗੇ, ਹੁਣ ਮੈਂ ਕੋਈ ਹੋਰ ਇਹਦਾ ਸੂਤਰ ਲਾਉਣਾ ਹੈ। ਅਤੇ ਖੈਰ ਮੁਖਤਸਰ ਗੱਲ ਇਹ ਹੈ ਵੀ ਇਹ ਲੰਬੜਦਾਰ ਸਾਹਿਬ ਨੇ ਸਾਨੂੰ ਫੋਨ ਕਰਕੇ ਕਿਹਾ ਵੀ ਇਹ ਜ਼ਰਦਾਰੀ ਸਾਹਿਬ ਦੇ ਬਿਆਨ ਨੂੰ ਢਿੱਲਾ ਨਾ ਲਵੋ। ਉਹਨਾਂ ਨੇ ਕਿਸੇ ਮੁਲਕ ਦੀ ਫੌਜ ਨੂੰ ਇਹ ਗੱਲ ਨਹੀਂ ਕਹੀ ਵੀ ਕਿਸੇ ਨੇ ਵੀ ਪਾਕਿਸਤਾਨ ਦੀ ਤਰਫ ਦੇਖਿਆ ਤੇ ਯਾਦ ਰੱਖਣਾ ਇੱਥੇ ਆਸਿਫ ਜ਼ਰਦਾਰੀ ਬੈਠਾ ਹੈ। ਉਹਨਾਂ ਕਿਹਾ ਇਹ ਗੱਲ ਉਹਨਾਂ ਕਿਸੇ ਫੌਜ ਨੂੰ ਨਹੀਂ ਕਹੀ, ਉਹਨਾਂ ਇਹ ਗੱਲ ਕਾਰੋਬਾਰੀ ਲੋਕਾਂ ਨੂੰ ਕਹੀ ਹੈ ਵੀ ਕਿਸੇ ਨੇ ਵੀ ਇਸ ਪਾਸੇ ਵੇਖਿਆ, ਇੱਧਰ ਕਾਰੋਬਾਰ ਕਰਨ ਦੀ ਸੋਚੀ ਤੇ ਚੇਤੇ ਰੱਖਣਾ ਇੱਥੇ ਆਸਿਫ ਜ਼ਰਦਾਰੀ ਬੈਠਾ ਹੈ, ਲੁੱਟ ਕੇ ਖਾ ਜਾਏਗਾ ਤੁਹਾਨੂੰ ਜਿਹੜਾ ਵੀ ਆਏਗਾ ਇੱਧਰ ਨੂੰ। ਇਹ ਗੱਲ ਜਿਹੜੀ ਹੈ ਉਹ ਵੈਸੇ ਉਹਨਾਂ ਦੀ ਗੱਲ ਜਿਹੜੀ ਹੈ ਉਹਦੀ ਕੋਈ ਨਾ ਕੋਈ ਮੰਤਕ ਜਿਹੜੀ ਹੈ ਉਹ ਜ਼ਰੂਰ ਬਣਦੀ ਹੈ। ਅੱਛਾ ਜੀ, ਖਬਰਾਂ ਹੋਰ ਵੀ ਸਨ, ਲੇਕਿਨ ਇੱਥੋਂ ਹੁਣ ਸਾਨੂੰ ਦਿਓ ਇਜਾਜ਼ਤ। ਅਤੇ ਮੇਰਾ ਮਤਲਬ ਹੈ ਕਿ ਇੱਕ ਦੋ ਗੱਲਾਂ ਹੋਰ ਤੁਹਾਡੇ ਨਾਲ ਕਰਨੀਆਂ ਸਨ, ਲੇਕਿਨ ਉਹ ਕੱਲ੍ਹ ਤੇ ਛੱਡਨੇ। ਰੱਬ ਰੱਖ।